जय वाल्मीकि जय वाल्मीकि जय वाल्मीकि जय वाल्मीकि। जो बड़े सोन पर भगवान वाल्मीकि महाराज की जय। महाराज के चरण कमल धर्मास श्रेष्ठ गुरु तुम जगत के तीन लोग के नाथ वाल्मीकि जय
जो बोले सो निरपै सतगुरु रविदास महाराज की जय। गुरु रूप साध संगत जी, एक बार फिर असी कांशी टीवी के माध्यम राही भगवान वाल्मीकि मंदिर बैडफोर्ड तो आप दे रूबरू होए हाँ। आप जी दे नाल भगवान वाल्मीकि जी की पुत्र बाणी श्री योग विशेष महारामायण के विचार आप दे नाल साझे करांगे। और अज दे इस प्रोग्राम दे विच मेरे नाल करतार तंग जी मेरे खब्बे पासे बैठे हैं, साढ़े कल्चरल सैकटरी हिस्सा पाउणगे ते साढ़े कमेटी दे खास मैंबर बीबी निर्मला सोंते जी मेरे खब्बे पासे बैठी है, इस प्रोग्राम दे विच हिस्सा पाउणगे ते मैं तरसेम कल्याण आप दी सेवा विच हाज़र हाँ। ते हमेशा की तरह कैमरे ते साढ़े नाल साढ़े वीर तरलोक गारू जी ड्यूटी निभा रहे हैं। मैं सारे मेरे साथियों का धन्यवाद करता होया बीबी निर्मला जी नूं अर्ज़ करदा हाँ कि वो प्रोग्राम की शुरुआत करन। गुरु प्यारी साध संगत जी, मोक्ष के 15वें अध्याय विच भगवान वाल्मीकि जी सानू संतोख के बारे समझाते हुए अपनी बाणी विच लिखते हैं, जिस पुरुष नूं संतोख की प्राप्ति हुई है वो परम आनंदित हो के तिन्ना लोकां दे सुख नूं तृण दी न्याई तुष जानदा है। जेड़ा आनंद ਅੰਮ੍ਰਿਤ ਪਾਨ ਕਰਨ ਨਾਲ ਤੇ ਤਿੰਨਾਂ ਲੋਕਾਂ ਦਾ ਰਾਜ ਪ੍ਰਾਪਤ ਹੋਣ ਨਾਲ ਨਹੀਂ ਹੁੰਦਾ, ਉਹ ਆਨੰਦ ਸੰਤੋਖਵਾਨ ਪੁਰਸ਼ ਨੂੰ ਹੁੰਦਾ ਹੈ। ਇੱਛਾ ਰੂਪੀ ਰਾਤ ਹਿਰਦੇ ਰੂਪੀ ਕਮਲ ਨੂੰ ਬੰਦ ਕਰ ਦਿੰਦੀ ਹੈ। ਜਦੋਂ ਸੰਤੋਖ ਰੂਪੀ ਸੂਰਜ ਚੜ੍ਹਦਾ ਹੈ ਤਾਂ ਇੱਛਾ ਰੂਪੀ ਰਾਤ ਖਤਮ ਹੋ ਜਾਂਦੀ ਹੈ। ਜਿਵੇਂ ਖੀਰ ਸਮੁੰਦਰ ਉਜਲਤਾ ਕਰਕੇ ਸੁਭਾਇਮਾਨ ਹੈ, ਤਿਵੇਂ ਹੀ ਸੰਤੋਖਮਾਨ ਚਮਕ ਨਾਲ ਸੁਸ਼ੋਭਿਤ ਹੁੰਦਾ ਹੈ। ਜੇ ਤਿੰਨਾਂ ਲੋਕਾਂ ਦੇ ਰਾਜੇ ਦੀ ਇੱਛਾ ਨਿਵ੍ਰਿਤ ਨਹੀਂ ਹੋਈ ਤਾਂ ਉਹ ਕੰਗਾਲ ਹੈ। ਜਿਹੜਾ ਨਿਰਧਨ ਪੁਰਸ਼ ਸੰਤੋਖਵਾਨ ਹੈ ਉਹ ਸਭ ਦਾ ਸੁਆਮੀ ਹੈ। ਸੰਤੋਖੀ ਉਸ ਦਾ ਨਾਮ ਹੈ ਜੋ ਆਪ ਪ੍ਰਾਪਤ ਵਸਤੂ ਦੀ ਇੱਛਾ ਨਾ ਕਰੇ ਤੇ ਜੇ ਪ੍ਰਾਪਤ ਵੀ ਹੋ ਜਾਵੇ ਹੋਵੇ ਤਾਂ ਇਸ਼ਟ ਅਨਿਸ਼ਟ ਵਿੱਚ ਮੋਹ ਈਰਖਾ ਨਾ ਧਰੇ। ਸੰਤੋਖਵਾਨ ਪੁਰਸ਼ ਸਦਾ ਆਨੰਦ ਰੂਪ ਹੁੰਦਾ ਹੈ ਤੇ ਆਤਮ ਸਥਿਤੀ ਨਾਲ ਤ੍ਰਿਪਤ ਹੁੰਦਾ ਹੈ। ਉਸ ਦੀ ਹੋਰ ਇੱਛਾ ਕੋਈ ਨਹੀਂ ਹੁੰਦੀ ਤੇ ਸੰਤੋਖ ਨਾਲ ਉਸ ਦਾ ਹਿਰਦਾ ਪ੍ਰਫੁੱਲਤ ਹੁੰਦਾ ਹੈ। ਜਿਵੇਂ ਸੂਰਜ ਦੇ ਉਦੇ ਹੋਣ ਨਾਲ ਸੂਰਜਮੁਖੀ ਕਮਲ ਖਿੜਦਾ ਹੈ, ਤਿਵੇਂ ਹੀ ਸੰਤੋਖਵਾਨ ਖਿੜ ਜਾਂਦਾ ਹੈ। ਜਿਹੜਾ ਆਪ ਪ੍ਰਾਪਤ ਵਸਤੂ ਦੀ ਇੱਛਾ ਨਹੀਂ ਕਰਦਾ ਤੇ ਜੋ ਵਸਤੂ ਬਿਨਾ ਇੱਛਾ ਪ੍ਰਾਪਤ ਹੋਈ ਹੋਵੇ ਉਸ ਨੂੰ ਜਥਾ ਸ਼ਾਸਤਰ ਦੰਡ ਨਾਲ ਗ੍ਰਹਿਣ ਕਰਦਾ ਹੈ, ਉਹੀ ਸੰਤੋਖਵਾਨ ਪੁਰਸ਼ ਹੈ। ਜਿਵੇਂ ਪੂਰਨ ਮਾਸੀ ਦਾ ਚੰਦਰਮਾ ਅੰਮ੍ਰਿਤ ਨਾਲ ਪੂਰਨ ਹੁੰਦਾ ਹੈ, ਤਿਵੇਂ ਹੀ ਸੰਤੋਖਵਾਨ ਦਾ ਹਿਰਦਾ ਸੰਤੋਖ ਨਾਲ ਪੂਰਨ ਹੁੰਦਾ ਹੈ। ਜਿਹੜਾ ਪੁਰਸ਼ ਸੰਤੋਖ ਤੋਂ ਰਹਿਤ ਹੈ ਉਸ ਦੇ ਹਿਰਦੇ ਰੂਪੀ ਜੰਗਲ ਵਿੱਚ ਸਦਾ ਦੁੱਖ ਤੇ ਚਿੰਤਾ ਰੂਪੀ ਫੁੱਲ ਤੇ ਫਲ ਉਤਪੰਨ ਹੁੰਦੇ ਹਨ। ਕਰਤਾਰ ਚੰਦ ਜੀ ਭਗਵਾਨ ਵਾਲਮੀਕ ਜੀ ਦੇ ਕਹਿਣ ਅਨੁਸਾਰ ਜੋ ਪੁਰਸ਼ ਸੰਤੋਖ ਤੋਂ ਰਹਿਤ ਹੈ ਉਸ ਦੇ ਹਿਰਦੇ ਵਿੱਚ ਸਦਾ ਦੁੱਖ ਤੇ ਚਿੰਤਾ ਰੂਪੀ ਫੁੱਲ ਫਲ ਉਤਪੰਨ ਹੁੰਦੇ ਰਹਿੰਦੇ ਹਨ। ਕੀ ਤੁਸੀਂ ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਸੰਤੋਖਵਾਨ ਪੁਰਸ਼ ਦੀ ਅਵਸਥਾ ਬਾਰੇ ਬਾਣੀ ਵਿੱਚੋਂ ਹੋਰ ਕੁਝ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਆਪਣੀ ਬਾਣੀ ਵਿੱਚ ਸੰਤੋਖਵਾਨ ਪੁਰਸ਼ ਬਾਰੇ ਲਿਖਦੇ ਹਨ ਕਿ ਜਿਸ ਪੁਰਸ਼ ਦਾ ਚਿੱਤ ਸੰਤੋਖ ਤੋਂ ਰਹਿਤ ਹੈ ਉਸ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਇੱਛਾਵਾਂ ਸਮੁੰਦਰ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਵਾਂਗ ਉੱਠਦੀਆਂ ਰਹਿੰਦੀਆਂ ਹਨ। ਜਿਹੜਾ ਪੁਰਸ਼ ਸੰਤੁਸ਼ਟ ਆਤਮਾ ਹੈ ਉਹ ਹੀ ਪਰਮ ਆਨੰਦਿਤ ਹੈ। ਉਸ ਨੂੰ ਜਗਤ ਦੇ ਪਦਾਰਥਾਂ ਵਿੱਚ ਛੱਡਣ ਤੇ ਲੈਣ ਦੀ ਬੁੱਧੀ ਨਹੀਂ ਹੁੰਦੀ। ਜਿਹੋ ਜਿਹਾ ਆਨੰਦ ਸੰਤੋਖਵਾਨ ਨੂੰ ਹੁੰਦਾ ਹੈ ਉਹ ਜਿਹਾ ਆਨੰਦ
ਅਸ਼ਟ ਸਿੱਧੀ ਦੇ ਐਸ਼ਵਰਜ ਤੇ ਅੰਮ੍ਰਿਤ ਦੇ ਪਾਨ ਕਰਨ ਨਾਲ ਵੀ ਨਹੀਂ ਹੁੰਦਾ। ਸੰਤੋਖਵਾਨ ਸਦਾ ਸ਼ਾਂਤ ਰੂਪ ਤੇ ਨਿਰਮਲ ਰਹਿੰਦਾ ਹੈ। ਇੱਛਾ ਰੂਪੀ ਧੂੜ ਸਦਾ ਹੀ ਇਸ ਸੰਸਾਰ ਦੇ ਵਿੱਚ ਉੱਡਦੀ ਰਹਿੰਦੀ ਹੈ, ਪਰ ਸੰਤੋਖ ਰੂਪੀ ਵਰਖਾ ਨਾਲ ਸ਼ਾਂਤ ਹੋ ਜਾਂਦੀ ਹੈ। ਇਸ ਕਰਕੇ ਸੰਤੋਖਵਾਨ ਪੁਰਸ਼ ਸਦਾ ਸ਼ਾਂਤ ਰੂਪ ਤੇ ਨਿਰਮਲ ਰਹਿੰਦਾ ਹੈ। ਜਿਵੇਂ ਅੰਬ ਦਾ ਪੱਕਾ ਫਲ ਬਹੁਤ ਸੋਹਣਾ ਲੱਗਦਾ ਹੈ ਤੇ ਸਾਰਿਆਂ ਨੂੰ ਪਿਆਰਾ ਦਿਸਦਾ ਹੈ, ਤਿਵੇਂ ਹੀ ਸੰਤੋਖਵਾਨ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਉਸ ਦੀ ਸਾਰੇ ਹੀ ਉਸਤਤੀ ਕਰਦੇ ਹਨ। ਸੰਤੋਖਵਾਨ ਪੁਰਸ਼ ਪੂਜਣਯੋਗ ਹੁੰਦਾ ਹੈ। ਜਿਸ ਪੁਰਸ਼ ਨੂੰ ਸੰਤੋਖ ਦੀ ਪ੍ਰਾਪਤੀ ਹੋਈ ਹੈ, ਉਸ ਨੂੰ ਸੰਤੋਖ ਦਾ ਪਰਮ ਲਾਭ ਹੋਇਆ ਹੈ। ਜਿੱਥੇ ਸੰਤੋਖ ਹੈ ਉੱਥੇ ਇੱਛਾ ਦੀ ਕੋਈ ਮਹੱਤਤਾ ਨਹੀਂ ਰਹਿੰਦੀ। ਸੰਤੋਖੀ ਪੁਰਸ਼ ਭੋਗਾਂ ਵਿੱਚ ਦੀਨ ਹੋ ਕੇ ਨਹੀਂ ਜਿਉਂਦੇ। ਉਹ ਉਦਾਰ ਆਤਮਾ ਸਦਾ ਆਨੰਦ ਨਾਲ ਤ੍ਰਿਪਤ ਰਹਿੰਦੇ ਹਨ। ਜਿਵੇਂ ਹਵਾ ਦੇ ਚੱਲਣ ਨਾਲ ਬੱਦਲਾਂ ਦਾ ਨਾਸ਼ ਹੋ ਜਾਂਦਾ ਹੈ, ਤਿਵੇਂ ਹੀ ਸੰਤੋਖ ਦੇ ਆਉਣ ਨਾਲ ਮਨੁੱਖ ਦੇ ਅੰਦਰ ਸਾਰੀਆਂ ਇੱਛਾਵਾਂ ਦਾ ਨਾਸ਼ ਹੋ ਜਾਂਦਾ ਹੈ। ਜਿਨ੍ਹਾਂ ਸੰਤੋਖਵਾਨ ਪੁਰਸ਼ਾਂ ਨੇ ਦੇਵਤੇ ਰਿਸ਼ੀ ਲੋਕ ਉਹਨਾਂ ਸੰਤੋਖਵਾਨ ਪੁਰਸ਼ਾਂ ਨੂੰ, ਅਜਿਹੇ ਪੁਰਸ਼ਾਂ ਨੂੰ ਨਮਸਕਾਰ ਕਰਦੇ ਹਨ ਤੇ ਧੰਨ ਧੰਨ ਕਹਿ ਕੇ ਉਹਨਾਂ ਦਾ ਪੂਜਨ ਕਰਦੇ ਹਨ। ਇਸ ਸੰਸਾਰ ਵਿੱਚ ਜਿਹੜਾ ਪੁਰਸ਼ ਸੰਤੋਖ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਧਨ ਅਤੇ ਇਸ ਜਗਤ ਵਿੱਚ ਸ਼ੋਭਾ ਪਾਉਂਦਾ ਹੈ। ਹਾਂਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਣ ਲਈ ਆਪਣੀ ਬਾਣੀ ਸ਼੍ਰੀ ਯੋਗ ਵਿਸ਼ਿਸ਼ਟ ਵਿੱਚ ਲਿਖਦੇ ਹਨ, ਜਿਤਨੇ ਵੀ ਦਾਨ ਅਤੇ ਤੀਰਥ ਆਦਿ ਸਾਧਨ ਹਨ, ਉਹਨਾਂ ਤੋਂ ਆਤਮਪਦ ਦੀ ਪ੍ਰਾਪਤੀ ਨਹੀਂ ਹੁੰਦੀ। ਆਤਮਪਦ ਦੀ ਪ੍ਰਾਪਤੀ ਸਿਰਫ ਸਾਧ ਸੰਗਤ ਤੋਂ ਹੀ ਹੁੰਦੀ ਹੈ। ਸਾਧ ਸੰਗਤ ਰੂਪੀ ਇੱਕ ਬ੍ਰਿਸ਼ ਹੈ ਤੇ ਉਸ ਦਾ ਫਲ ਆਤਮ ਗਿਆਨ ਹੈ। ਜਿਸ ਵੀ ਪੁਰਸ਼ ਨੇ ਅਜਿਹੇ ਫਲ ਦੀ ਇੱਛਾ ਕੀਤੀ ਹੈ, ਉਹ ਅਨੁਭਵ ਰੂਪੀ ਫਲ ਨੂੰ ਪ੍ਰਾਪਤ ਕਰਦਾ ਹੈ। ਜਿਹੜਾ ਪੁਰਸ਼ ਆਤਮਾਨੰਦ ਤੋਂ ਰਹਿਤ ਹੈ, ਉਹ ਸਤਸੰਗ ਕਰਕੇ ਆਤਮਾਨੰਦ ਨਾਲ ਪੂਰਨ ਹੁੰਦਾ ਹੈ। ਜਿਹੜਾ ਪੁਰਸ਼ ਅਗਿਆਨ ਕਰਕੇ ਮੌਤ ਪਾਉਂਦਾ ਹੈ, ਉਹ ਸਤਸੰਗ ਕਰਕੇ ਗਿਆਨ ਪਾ ਕੇ ਅਮਰ ਹੋ ਜਾਂਦਾ ਹੈ। ਜਿਹੜਾ ਮਨੁੱਖ ਬਿਫਤਾ ਕਰਕੇ ਦੁਖੀ ਹੈ, ਉਹ ਸਤਸੰਗ ਕਰਕੇ ਸਮਤਾ ਤੇ ਸੁਖ ਪ੍ਰਾਪਤ ਕਰਦਾ ਹੈ। ਬਿਫਤਾ ਰੂਪੀ ਕਮਲ ਨੂੰ ਨਾਸ ਕਰਨ ਵਾਲੀ ਸਤਸੰਗ ਰੂਪੀ ਬਰਫ਼ ਦੀ ਵਰਖਾ ਹੈ। ਸਤਸੰਗ ਨਾਲ ਆਤਮ ਬੁੱਧੀ ਪ੍ਰਾਪਤ ਹੁੰਦੀ ਹੈ। ਉਸ ਨਾਲ ਸਿਰਫ ਮੌਤ ਨਹੀਂ ਹੁੰਦੀ ਹੈ ਤੇ ਸਭ ਦੁੱਖਾਂ ਤੋਂ ਮੁਕਤ ਹੋ ਕੇ ਜੀਵ ਪਰਮਾਨੰਦ ਨੂੰ ਪ੍ਰਾਪਤ ਕਰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਅੱਗੇ ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਸੰਤ ਲੋਕਾਂ ਦੀ ਸੰਗਤ ਨਾਲ ਜੀਵ ਦੇ ਅੰਦਰ ਭਾਵ ਜੀਵ ਦੇ ਹਿਰਦੇ ਵਿੱਚ ਗਿਆਨ ਰੂਪੀ ਦੀਵਾ ਬਲਦਾ ਹੈ ਤੇ ਉਸ ਨਾਲ ਅਗਿਆਨ ਰੂਪੀ ਹਨੇਰਾ ਖਤਮ ਹੋ ਜਾਂਦਾ ਹੈ। ਫਿਰ ਜੀਵ ਨੂੰ ਕਿਸੇ ਵੀ ਭੋਗ ਪਦਾਰਥ ਦੀ ਇੱਛਾ ਨਹੀਂ ਰਹਿੰਦੀ। ਅਜਿਹਾ ਪੁਰਸ਼ ਸੂਝਵਾਨ ਹੋ ਕੇ ਸਭ ਤੋਂ ਉੱਤਮ ਪਦ ਵਿੱਚ ਵਿਰਾਜਦਾ ਹੈ। ਜਿਵੇਂ ਕਲਪ ਬ੍ਰਿਸ਼ ਦੇ ਨੇੜੇ ਜਾਣ ਨਾਲ ਮਨ ਇੱਛਿਤ ਫਲ ਦੀ ਪ੍ਰਾਪਤੀ ਹੁੰਦੀ ਹੈ, ਤਿਵੇਂ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਸੰਤ ਜਨ ਹਨ। ਜਿਵੇਂ ਮਲਾਹ ਵੇੜੀ ਨਾਲ ਸਭ ਨੂੰ ਦਰਿਆ ਪਾਰ ਕਰਾਉਂਦਾ ਹੈ, ਇਸੇ ਤਰ੍ਹਾਂ ਸੰਤ ਜਨ ਜੁਗਤੀ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਇਸ ਤੋਂ ਅੱਗੇ ਸਮਝਾਉਂਦੇ ਹਨ, ਮੋਹ ਰੂਪੀ ਬੱਦਲ ਨੂੰ ਨਾਸ ਕਰਨ ਵਾਲੀ ਸੰਤਾਂ ਦੀ ਸੰਗਤ ਰੂਪੀ ਪੌਣ ਹੈ। ਜਿਸ ਪੁਰਸ਼ ਦਾ ਨਾਸ਼ਵਾਨ ਦੇਹ ਆਦਿਕ ਨਾਲ ਸਨੇਹ ਹੋਇਆ ਹੈ ਤੇ ਸ਼ੁੱਧ ਆਤਮਾ ਵਿੱਚ ਜਿਸ ਦੀ ਸਥਿਤੀ ਹੋਈ ਹੈ, ਉਹ ਉਸ ਤੋਂ ਤ੍ਰਿਪਤ ਹੋਇਆ ਹੈ। ਫਿਰ ਸੰਸਾਰ ਦੇ ਇਸ਼ਟ ਅਨਿਸ਼ਟ ਵਿੱਚ ਉਸ ਦੀ ਬੁੱਧੀ ਚਲਾਇਮਾਨ ਨਹੀਂ ਹੁੰਦੀ। ਉਹ ਸਦਾ ਸਮਤਾ ਭਾਵ ਵਿੱਚ ਟਿਕਿਆ ਰਹਿੰਦਾ ਹੈ। ਸੰਤ ਜਨ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਿੱਚ ਪੁਲ ਦੇ ਸਮਾਨ ਹਨ ਅਤੇ ਬਿਫਤਾ ਰੂਪੀ ਵੇਲ ਨੂੰ ਜੜ ਸਮੇਤ ਨਾਸ਼ ਕਰਨ ਵਾਲੇ ਹਨ। ਕਲਿਆਣ ਜੀ,
ਭਗਵਾਨ ਵਾਲਮੀਕ ਜੀ ਨੇ ਸੰਤਾਂ ਦੀ ਸੰਗਤ ਅਤੇ ਉਹਨਾਂ ਦੇ ਸੁਭਾਅ ਬਾਰੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਸੰਤਾਂ ਨੂੰ ਸਮਝਾਉਣ ਦੀ ਤੁਸੀਂ ਸੰਤਾਂ ਦੀ ਮਹਿਮਾ ਬਾਰੇ ਭਗਵਾਨ ਵਾਲਮੀਕ ਜੀ ਦੀ ਬਾਣੀ ਵਿੱਚੋਂ ਸਾਧ ਸੰਗਤ ਨੂੰ ਹੋਰ ਕੀ ਸਾਂਝ ਪਾ ਸਕਦੇ ਹੋ? ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸੰਤ ਜਨ ਜੋ ਜੀਵ ਹਨ ਉਹਨਾਂ ਦੀ ਮਹਿਮਾ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਸੰਤ ਜਨ ਪ੍ਰਕਾਸ਼ ਰੂਪ ਹਨ। ਉਹਨਾਂ ਦੀ ਸੰਗਤ ਨਾਲ ਸਭ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਪੁਰਸ਼ ਆਪਣੇ ਪੁਰਸ਼ਾਰਥ ਰੂਪੀ ਨੇਤਰਾਂ ਤੋਂ ਹੀਨ ਹੋਏ ਹਨ ਉਹਨਾਂ ਨੂੰ ਪਦਾਰਥਾਂ ਦੀ ਪ੍ਰਾਪਤੀ ਨਹੀਂ ਹੁੰਦੀ। ਜਿਸ ਪੁਰਸ਼ ਨੇ ਸਤਸੰਗ ਦਾ ਤਿਆਗ ਕੀਤਾ ਹੈ ਉਹ ਨਰਕ ਰੂਪੀ ਅੱਗ ਵਿੱਚ ਲੱਕੜ ਵਾਂਗ ਸੜੇਗਾ। ਜਿਸ ਪੁਰਸ਼ ਨੇ ਸਤਸੰਗ ਕੀਤਾ ਹੈ ਉਸ ਦੀ ਨਰਕ ਦੀ ਅੱਗ ਨੂੰ ਨਾਸ ਕਰਨ ਵਾਲਾ ਸਤਸੰਗ ਰੂਪੀ ਬੱਦਲ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਜਿਸ ਪੁਰਸ਼ ਨੇ ਸਤਸੰਗ ਰੂਪੀ ਗੰਗਾ ਦਾ ਇਸ਼ਨਾਨ ਕੀਤਾ ਹੈ ਉਸ ਨੂੰ ਫਿਰ ਤਪ, ਦਾਨ ਆਦਿ ਸਾਧਨਾ ਨਾਲ ਕੋਈ ਮਤਲਬ ਨਹੀਂ ਰਹਿੰਦਾ। ਉਹ ਸਤਸੰਗ ਕਰਕੇ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਹੋਰ ਸਭ ਉਪਾਏ ਤਿਆਗ ਕੇ ਸਤਸੰਗ ਨੂੰ ਖੋਜਣਾ ਚਾਹੀਦਾ ਹੈ। ਜਿਵੇਂ ਨਿਰਧਨ ਪੁਰਸ਼ ਚਿੰਤਾਮਣੀ ਆਦਿਕ ਧਨ ਨੂੰ ਖੋਜਦਾ ਹੈ, ਤਿਵੇਂ ਮੋਕਸ਼ ਦਾ ਬਿਲਾਸੀ ਸਤਸੰਗ ਨੂੰ ਖੋਜਦਾ ਹੈ। ਜਿਹੜਾ ਮਨੁੱਖ ਅਧਿਆਤਮਿਕ ਆਦਿ ਤਿੰਨਾਂ ਤਾਪਾਂ ਨਾਲ ਸੜਦਾ ਹੈ ਉਸ ਨੂੰ ਸ਼ੀਤਲ ਕਰਨ ਵਾਲਾ ਸਤਸੰਗ ਹੈ। ਜਿਵੇਂ ਤਪੀ ਹੋਈ ਧਰਤੀ ਬੱਦਲ ਵਰਣ ਨਾਲ ਸ਼ੀਤਲ ਹੁੰਦੀ ਹੈ, ਤਿਵੇਂ ਸਤਸੰਗ ਨਾਲ ਹਿਰਦਾ ਸ਼ੀਤਲ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਉਪਦੇਸ਼ ਕਰਦੇ ਹਨ, ਮੋਹ ਰੂਪੀ ਬਿਰਿਸ਼ ਨੂੰ ਕੱਟਣ ਵਾਲਾ ਸਤਸੰਗ ਰੂਪੀ ਕੁਹਾੜਾ ਹੈ। ਸਤਸੰਗ ਕਰਕੇ ਇਹ ਜੀਵ ਅਵਿਨਾਸ਼ੀ ਪਦ ਨੂੰ ਪ੍ਰਾਪਤ ਹੁੰਦਾ ਹੈ। ਇਸ ਪਦ ਨੂੰ ਪ੍ਰਾਪਤ ਕਰ ਲੈਣ ਨਾਲ ਹੋਰ ਕਿਸੇ ਪਦਾਰਥ ਦੀ ਇੱਛਾ ਨਹੀਂ ਰਹਿੰਦੀ। ਇਸ ਲਈ ਸਭ ਤੋਂ ਉੱਤਮ ਸਤਸੰਗ ਹੈ। ਜਿਵੇਂ ਸਭ ਉਪਦੇਸ਼ਾਂ ਅਪਸ਼ਰਾਂ ਵਿੱਚੋਂ ਉੱਤਮ ਲక్ష్ਮੀ ਹੈ, ਤਿਵੇਂ ਸਤਸੰਗ ਕਰਨ ਵਾਲਾ ਸਭ ਤੋਂ ਉੱਤਮ ਹੈ। ਇਸ ਲਈ ਆਪਣੇ ਕਲਿਆਣ ਵਾਸਤੇ ਆਪ ਨੂੰ ਸਤਸੰਗ ਯੋਗ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਇਹ ਜੋ ਚਾਰੇ ਮੋਕਸ਼ ਦੇ ਦੁਆਰਪਾਲ ਹਨ ਇਹਨਾਂ ਬਾਰੇ ਮੈਂ ਆਪ ਨੂੰ ਸਾਰਾ ਬਿਰਤਾਂਤ ਦੱਸਿਆ ਹੈ। ਜਿਹੜਾ ਪੁਰਸ਼ ਇਹਨਾਂ ਨਾਲ ਪ੍ਰੀਤ ਕਰੇਗਾ ਉਹ ਹੀ ਆਤਮ ਪਦ ਨੂੰ ਪ੍ਰਾਪਤ ਕਰੇਗਾ। ਜਿਹੜੇ ਪੁਰਸ਼ ਇਹਨਾਂ ਦੁਆਰਪਾਲਾਂ ਨਾਲ ਪ੍ਰੀਤ ਨਹੀਂ ਕਰਦੇ ਉਹ ਮੋਖ ਨੂੰ ਪ੍ਰਾਪਤ ਨਹੀਂ ਕਰਦੇ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਇਹਨਾਂ ਚੌਹਾਂ ਗੁਣਾਂ ਵਿੱਚੋਂ ਉਪਦੇਸ਼ ਕਰਦੇ ਹਨ ਕਿ ਇੱਕ ਵੀ ਜਿੱਥੇ ਜਾਂਦਾ ਹੈ ਉੱਥੇ ਬਾਕੀ ਤਿੰਨ ਵੀ ਆ ਜਾਂਦੇ ਹਨ। ਜਿਵੇਂ ਸਮੁੰਦਰ ਕੋਲ ਸਭ ਨਦੀਆਂ ਆ ਜਾਂਦੀਆਂ ਹਨ, ਤਿਵੇਂ ਜਿੱਥੇ ਸਮ ਆਉਂਦਾ ਹੈ ਉੱਥੇ ਵਿਚਾਰ, ਸੰਤੋਖ ਅਤੇ ਸਤਸੰਗ ਇਹ ਤਿੰਨੇ ਵੀ ਆ ਜਾਂਦੇ ਹਨ। ਜਿੱਥੇ ਸਾਧ ਸੰਗਤ ਹੁੰਦੀ ਹੈ ਉੱਥੇ ਸੰਤੋਖ, ਵਿਚਾਰ ਅਤੇ ਸਮ ਤਿੰਨੇ ਪੁੱਜਦੇ ਹਨ। ਜਿਵੇਂ ਜਿੱਥੇ ਕਲਮ ਵ੍ਰਿਕਸ਼ ਹੁੰਦਾ ਹੈ ਉੱਥੇ ਸਭ ਪਦਾਰਥ ਹੁੰਦੇ ਹਨ। ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਵਿੱਚ ਸਭ ਗੁਣਾਂ ਅਤੇ ਕਲਾ ਇਕੱਠੀਆਂ ਹੋ ਜਾਂਦੀਆਂ ਹਨ, ਤਿਵੇਂ ਜਿੱਥੇ ਸੰਤੋਖ ਹੁੰਦਾ ਹੈ ਉੱਥੇ ਬਾਕੀ ਦੇ ਤਿੰਨ ਗੁਣ ਵੀ ਆ ਜਾਂਦੇ ਹਨ। ਜਿਵੇਂ ਜਿੱਥੇ ਸੰਤੋਖ ਹੁੰਦਾ ਹੈ ਉੱਥੇ ਬਾਕੀ ਦੇ ਤਿੰਨ ਗੁਣ ਵੀ ਆ ਜਾਂਦੇ ਹਨ। ਜਿਵੇਂ ਸ੍ਰੇਸ਼ਟ ਮੰਤਰੀ ਕਰਕੇ ਰਾਜ ਵਿੱਚ ਲਕਸ਼ਮੀ ਆ ਟਿਕਦੀ ਹੈ, ਤਿਵੇਂ ਜਿੱਥੇ ਵਿਚਾਰ ਹੁੰਦਾ ਹੈ ਉੱਥੇ ਬਾਕੀ ਤਿੰਨ ਗੁਣ ਵੀ ਆ ਜਾਂਦੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਲਈ ਇਸ ਲਈ ਭਗਵਾਨ ਵਾਲਮੀਕ ਜੀ ਸਾਨੂੰ ਸਾਧ ਸੰਗਤ ਦੇ ਬਾਰੇ ਜੋ ਸਮਝਾਉਂਦੇ ਹਨ
ਕਿ ਜਿੱਥੇ 4 ਗੁਣ ਆ ਇਕੱਠੇ ਹੁੰਦੇ ਹਨ ਉਸ ਨੂੰ ਪਰਮ ਸ੍ਰੇਸ਼ਟ ਜਾਣਨਾ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਵਿੱਚ ਸ਼ਲੋਕ ਦਰਜ ਕੀਤਾ ਹੈ ਇਹ ਗੁਣਾਂ ਦੇ ਬਾਰੇ। ਸੰਤੋਖ ਪਰਮੋਲਾਦ, ਸਤਸੰਗ ਪਰਮ ਧਨ, ਵਿਚਾਰ ਪਰਮ ਗਿਆਨ, ਸਮਝ ਪਰਮ ਸੁਖਮ। ਇਹ ਜੋ 4 ਨਾ ਹੋਣ ਤਾਂ ਇੱਕ ਦਾ ਤਾਂ ਜ਼ਰੂਰ ਆਸਰਾ ਕਰਨਾ ਚਾਹੀਦਾ ਹੈ। ਜਦ ਇੱਕ ਆਵੇਗਾ ਤਾਂ ਬਾਕੀ ਦੇ 3 ਵੀ ਆ ਜਾਣਗੇ। ਮੋਕਸ਼ ਦੀ ਪ੍ਰਾਪਤੀ ਤੇ 4 ਪਰਮ ਸਾਧਨ ਹਨ ਤੇ ਕਿਸੇ ਹੋਰ ਉਪਾਏ ਨਾਲ ਮੁਕਤੀ ਨਹੀਂ ਹੋਵੇਗੀ। ਇਹ ਪਰਮ ਕਲਿਆਣ ਕਰਨ ਵਾਲੇ ਹਨ। ਜਿਹੜਾ ਪੁਰਸ਼ ਇਹਨਾਂ 4 ਗੁਣਾਂ ਨਾਲ ਸੰਪੰਨ ਹੈ ਉਸ ਦੀ ਉਸਤਤੀ ਬ੍ਰਹਮਾਦਿਕ ਆਦਿ ਕਰਦੇ ਹਨ। ਇਸ ਲਈ ਹੋਰ ਦਸ਼ਾ ਵਿੱਚ ਰਹਿ ਕੇ ਇਹਨਾਂ ਗੁਣਾਂ ਦਾ ਆਸਰਾ ਲੈ ਕੇ ਆਪਣੇ ਮਨ ਨੂੰ ਵਸ ਵਿੱਚ ਕਰੋ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਮਨ ਰੂਪੀ ਹਾਥੀ ਵਿਚਾਰ ਰੂਪੀ ਅੰਕੁਸ਼ ਨਾਲ ਵਸ ਹੁੰਦਾ ਹੈ। ਮਨ ਰੂਪੀ ਜੰਗਲ ਵਿੱਚ ਵਾਸ਼ਨਾ ਰੂਪੀ ਨਦੀ ਚੱਲਦੀ ਹੈ। ਇਸ ਨਦੀ ਦੇ ਸ਼ੁਭ ਅਸ਼ੁਭ 2 ਕਿਨਾਰੇ ਹਨ। ਤੁਸਾਂ ਪੁਰਸ਼ਾਰਥ ਇਹ ਕਰਨਾ ਹੈ ਕਿ ਮਨ ਨੂੰ ਅਸ਼ੁਭ ਪਾਸੇ ਵੱਲੋਂ ਰੋਕ ਕੇ ਸ਼ੁਭ ਪਾਸੇ ਵੱਲ ਚਲਾਉਣਾ ਹੈ। ਜਦ ਅੰਤਰਮੁਖ ਆਤਮਾ ਦੇ ਸਨਮੁਖ ਬਿਰਤੀ ਦਾ ਪ੍ਰਵਾਹ ਹੋਵੇਗਾ ਤਦੋਂ ਤੁਸੀਂ ਪਰਮ ਪਦ ਨੂੰ ਪ੍ਰਾਪਤ ਕਰੋਗੇ। ਪਹਿਲਾ ਤਾਂ ਇਹ ਪੁਰਸ਼ਾਰਥ ਕਰਨਾ ਹੈ ਕਿ ਅਵਿਚਾਰ ਰੂਪੀ ਉਚਾਈ ਨੂੰ ਦੂਰ ਕਰੋ। ਜਦੋਂ ਵਿਚਾਰ ਰੂਪੀ ਵੇਗ ਨਾਸ ਹੋਵੇਗਾ ਤਦ ਆਪ ਹੀ ਪ੍ਰਵਾਹ ਚੱਲੇਗਾ। ਦ੍ਰਿਸ਼ ਵੱਲ ਜਿਹੜਾ ਪ੍ਰਵਾਹ ਚੱਲਦਾ ਹੈ ਉਹ ਬੰਧਨ ਦਾ ਕਾਰਨ ਹੈ। ਜਦੋਂ ਆਤਮਾ ਵੱਲ ਅੰਤਰਮੁਖ ਪ੍ਰਵਾਹ ਚੱਲੇ ਤਦ ਮੋਕਸ਼ ਦਾ ਕਾਰਨ ਹੋ ਜਾਂਦਾ ਹੈ। ਅੱਗੇ ਜੋ ਆਪ ਦੀ ਇੱਛਾ ਹੋਵੇ ਸੋ ਕਰਨਾ। ਗੁਰੂ ਪਿਆਰੇ ਸਾਧ ਸੰਗਤ ਜੀ, ਅਸੀਂ ਬ੍ਰੇਕ ਵੱਲ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਆਪ ਦੇ ਸਨਮੁਖ ਭਗਵਾਨ ਵਾਲਮੀਕ ਜੀ ਦੇ ਬਾਣੀ ਦੇ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਮੈਂ ਕਾਗਜ਼ ਦੀ ਬੇੜੀ ਰੱਬਾ ਤੂੰ ਮੈਨੂੰ ਪਾਰ ਲਗਾਇਆ। ਸ਼ੁਕਰ ਕਰਾਂ ਮੈਂ ਤੇਰਾ ਹਰਦਮ। ਮੈਂ ਜੋ ਮੰਗਿਆ ਸੋ ਪਾਇਆ। ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ, ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ। ਜ਼ਿੰਦਗੀ ਰਹੀ ਹੈ, ਜ਼ਿੰਦਗੀ ਰਹੀ ਹੈ, ਗੁਜ਼ਰ ਦਾਤਿਆ। ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ, ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ। ਜ਼ਿੰਦਗੀ ਰਹੀ ਹੈ, ਜ਼ਿੰਦਗੀ ਰਹੀ ਹੈ, ਗੁਜ਼ਰ ਦਾਤਿਆ। ਸ਼ੁਕਰ ਦਾਤਿਆ ਤੇਰਾ, ਸ਼ੁਕਰ ਦਾਤਿਆ।
कभी न गवाऊं मैं। आम्रमाया का सुवाए कभी आम्रमाया का सुवाए कभी न गवाऊं मैं। मुल मिलत ना बैठवे करा दवाऊं मैं। बसे न बच दे बसे न बच दे गुजरता तेरा गुजरता तेरा तेरा शुक्रदा तेरा शुक्रदा तेरा तेरा शुक्रदा तेरा। कई पैरा तो नंगे फिरदे सिर ते लफड़ छावा। मैनू दाता सब कुछ देता क्यों ना शुक्र मनावा। कई पैरा तो नंगे फिरदे सिर ते लफड़ छावा। मैनू दाता सब कुछ देता क्यों ना शुक्र मनावा। सौखा की तसादा सौखा की तसादा शुक्रदा तेरा शुक्रदा तेरा तेरा शुक्रदा तेरा शुक्रदा तेरा तेरा शुक्रदा तेरा शुक्रदा तेरा तेरा शुक्रदा तेरा। शौरत दी पौड़ी एक दिन जिगी पैनी पैसे दी दौड़ तकना चलती रहनी। शौरत दी पौड़ी एक दिन जिगी पैनी पैसे दी दौड़ तकना चलती रहनी। मेरे पल्ले पाजे तू मेरे पल्ले पाजे तू सवरदा तेरा शुक्रदा तेरा तेरा शुक्रदा तेरा शुक्रदा तेरा तेरा शुक्रदा तेरा। तेरी रहमत दान दाता की वे कर्ज उतारा। बाण गाना होवन देवे और तूफान हजारा। तेरी रहमत दान दाता की वे कर्ज उतारा। बाण गाना होवन देवे और तूफान हजारा। प्रभु वाल्मीक जी प्रभु वाल्मीक जी है तेरा करम। शुक्रदा तेरा तेरा शुक्रदा तेरा शुक्रदा तेरा तेरा शुक्रदा तेरा। जिंदगी रही है जिंदगी रही है गुजरदा तेरा शुक्रदा तेरा तेरा शुक्रदा तेरा शुक्रदा तेरा तेरा शुक्रदा तेरा शुक्रदा तेरा शुक्रदा तेरा। भगवान वाल्मीकि महाराज की जय। जय वाल्मीकि जय वाल्मीकि जय वाल्मीकि जय वाल्मीकि। जो बोले सो निरपै भगवान वाल्मीकि महाराज की जय। जो बोले सो निरपै सतगुरु रविदास महाराज की जय।
ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਅਸੀਂ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਆਪ ਦੇ ਸਾਹਮਣੇ ਪ੍ਰਸਤੁਤ ਹੋਏ ਹਾਂ। ਆਪ ਦੇ ਨਾਲ ਭਗਵਾਨ ਵਾਲਮੀਕ ਜੀ ਦੇ ਬਾਣੀ ਦੇ ਵਿਚਾਰ ਸਾਂਝੇ ਕਰਾਂਗੇ। ਹਾਂਜੀ ਨਿਰਮਲਾ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਸਾਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਹਨ, ਇਹ ਜੋ ਮੇਰੇ ਬਚਨ ਹਨ ਇਹ ਪਰਮ ਪਾਵਨ ਹਨ। ਇੱਕ ਵਿਚਾਰਮਾਨ ਸ਼ੁੱਧ ਅਧਿਕਾਰੀ ਲਈ ਇਹ ਪਰਮ ਬੋਧ ਦਾ ਕਾਰਨ ਹਨ। ਸ਼ੁੱਧ ਪਾਤਰ ਇਹਨਾਂ ਬਚਨਾਂ ਨੂੰ ਗ੍ਰਹਿਣ ਕਰਕੇ ਸ਼ੋਭਾ ਪ੍ਰਾਪਤ ਕਰਦੇ ਹਨ ਤੇ ਬਚਨ ਵੀ ਉਸ ਨੂੰ ਪਾ ਕੇ ਸੋਭਦੇ ਹਨ। ਜਿਵੇਂ ਸਰਦ ਕਾਲ ਵਿੱਚ ਮੇਘ ਨਾ ਹੋਣ ਕਰਕੇ ਚੰਦਰਮਾ ਤੇ ਆਕਾਸ਼ ਸ਼ੋਭਾ ਦਿੰਦੇ ਹਨ, ਤਿਵੇਂ ਹੀ ਸ਼ੁੱਧ ਪਾਤਰ ਵਿੱਚ ਇਹ ਬਚਨ ਸੋਭਦੇ ਹਨ। ਜਗਿਆਸੂ ਨਿਰਮਲ ਬਚਨਾਂ ਦੀ ਮਹਿਮਾ ਸੁਣ ਕੇ ਪ੍ਰਸੰਨ ਹੁੰਦਾ ਹੈ। ਮੇਰੇ ਸ਼ਿਸ਼ ਸ਼ੁੱਧ ਪਾਤਰ ਹਨ ਤੇ ਮੇਰੇ ਬਚਨ ਉਹਨਾਂ ਦੁਆਰਾ ਜਦ ਉਚਾਰੇ ਜਾਂਦੇ ਹਨ ਤਾਂ ਸੋਭਦੇ ਹਨ। ਇਹ ਮਹਾਰਮੈਨ ਮੋਖ ਉਪਾਏ ਸ਼ਾਸਤਰ ਆਤਮ ਬੋਧ ਦਾ ਪਰਮ ਕਾਰਨ ਹੈ। ਇਸ ਵਿੱਚ ਪਰਮ ਪਾਵਨ ਵਾਕ ਦੀ ਸਿੱਧਤਾ ਤੇ ਜੁਗਤੀ ਵਾਲੇ ਵਾਕ ਹਨ ਤੇ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ਟਾਂਤ ਕਹੇ ਹਨ। ਜਿਸ ਪੁਰਸ਼ ਨੇ ਦੇ ਬਹੁਤ ਜਨਮ ਤੇ ਪੁੰਨ ਇਕੱਠੇ ਹੁੰਦੇ ਹਨ ਤਾਂ ਉਸ ਨੂੰ ਕਲਬਰਸ਼ ਮਿਲਦਾ ਹੈ ਤੇ ਫਲ ਨਾਲ ਚੁੱਕ ਜਾਂਦਾ ਹੈ। ਤਦ ਉਸ ਨੂੰ ਇਹ ਸ਼ਸਤਰ ਸਵਰਨ ਹੁੰਦਾ ਹੈ। ਨੀਚ ਨੂੰ ਇਸ ਦਾ ਸਵਰਨ ਨਹੀਂ ਹੁੰਦਾ ਤੇ ਨਾ ਹੀ ਉਸ ਦੀ ਬਿਰਤੀ ਇਸ ਦੇ ਸਵਰਨ ਵਿੱਚ ਆਉਂਦੀ ਹੈ। ਜਿਵੇਂ ਧਰਮਾਤਮਾ ਰਾਜੇ ਦੀ ਇੱਛਾ ਨਿਆਏ ਸ਼ਾਸਤਰ ਦੇ ਸੁਣਨ ਵਿੱਚ ਹੁੰਦੀ ਹੈ ਤੇ ਪਾਪ ਆਤਮਾ ਦੀ ਸ਼ਾਸਤਰ ਦੇ ਸੁਣਨ ਵਿੱਚ ਨਹੀਂ ਹੁੰਦੀ, ਤਿਵੇਂ ਹੀ ਪੁੰਨ ਆਤਮਾ ਦੀ ਇੱਛਾ ਇਸ ਸ਼ਾਸਤਰ ਦੇ ਸੁਣਨ ਵਿੱਚ ਹੁੰਦੀ ਹੈ ਤੇ ਅਧਰਮੀ ਦੀ ਇੱਛਾ ਨਹੀਂ ਹੁੰਦੀ। ਜਿਹੜਾ ਪੁਰਸ਼ ਇਸ ਮੋਖ ਉਪਾਏ ਰਮਾਇਣ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰੇਗਾ ਜਾਂ ਨਿਸ਼ਕਾਮ ਸੰਤ ਦੇ ਮੁਖ ਤੋਂ ਸ਼ਰਧਾ ਸਹਿਤ ਸੁਣ ਕੇ ਇਕਾਗਰ ਮਨ ਨਾਲ ਵਿਚਾਰੇਗਾ ਤਾਂ ਉਸ ਦਾ ਭਰਮ ਨਿਵ੍ਰਿਤ ਹੋ ਜਾਵੇਗਾ। ਜਿਵੇਂ ਰੱਸੀ ਦਾ ਗਿਆਨ ਹੋਣ ਨਾਲ ਸੱਪ ਦਾ ਭਰਮ ਦੂਰ ਹੋ ਜਾਂਦਾ ਹੈ, ਤਿਵੇਂ ਹੀ ਅਦਵੈਤ ਆਤਮਾ ਤਤ ਦੇ ਜਾਣਨ ਨਾਲ ਜੀਵ ਦਾ ਸੰਸਾਰ ਭਰਮ ਨਾਸ਼ ਹੋ ਜਾਂਦਾ ਹੈ। ਇਸ ਮੋਖ ਉਪਾਏ ਸ਼ਸਤਰ ਦੇ 32,000 ਸ਼ਲੋਕ ਹਨ ਤੇ 6 ਪ੍ਰਕਰਨ ਹਨ। ਪਹਿਲਾ ਵੈਰਾਗ ਪ੍ਰਕਰਨ ਹੈ। ਇਹ ਪ੍ਰਕਰਨ ਵੈਰਾਗ ਦਾ ਪਰਮ ਕਾਰਨ ਹੈ। ਕਰਤਾਰ ਚੰਦ ਜੀ ਭਗਵਾਨ ਵਾਲਮੀਕ ਜੀ ਸਾਨੂੰ ਆਪਣੇ ਗ੍ਰੰਥ ਦੀ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ ਇਹ ਮੇਰਾ ਗ੍ਰੰਥ ਮੋਖ ਉਪਾਏ ਰਮਾਇਣ ਹੈ। ਇਸ ਦੇ 6 ਪ੍ਰਕਰਨ ਹਨ। ਪਹਿਲਾ ਵਿਰਾਗ ਪ੍ਰਕਰਨ ਹੈ। ਜੇਕਰ ਆਪਾਂ ਸਭ ਤੋਂ ਵਿਰਾਗ ਪ੍ਰਕਰਨ ਦੀ ਗੱਲ ਕਰੀਏ ਤਾਂ ਕੀ ਤੁਸੀਂ ਇਸ ਪ੍ਰਕਰਨ ਬਾਰੇ ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਜੋ ਸਾਡੇ ਲਈ ਉਪਦੇਸ਼ ਹੈ ਉਹ ਸੰਗਤਾਂ ਨਾਲ ਸਾਂਝਾ ਕਰਨ ਦੀ ਕਿਰਪਾਲਤਾ ਕਰੋ। ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਆਪਣੀ ਬਾਣੀ ਵਿੱਚ ਸਾਨੂੰ ਸਮਝਾਉਣ ਲਈ ਲਿਖਦੇ ਹਨ, ਜਿਵੇਂ ਮਾਰੂਥਲ ਵਿੱਚ ਬ੍ਰਿਸ਼ ਨਹੀਂ ਹੁੰਦੇ ਤੇ ਜੇ ਬੜੀ ਭਾਰੀ ਵਰਖਾ ਹੋਵੇ ਤਾਂ ਕਿਤੇ ਕਿਤੇ ਬ੍ਰਿਸ਼ ਹੋ ਜਾਂਦੇ ਹਨ, ਤਿਵੇਂ ਹੀ ਅਗਿਆਨੀ ਦਾ ਹਿਰਦਾ ਇਸ ਮਾਰੂਥਲ ਦੀ ਨਿਆਈ ਹੁੰਦਾ ਹੈ, ਜਿਸ ਦੇ ਹਿਰਦੇ ਵਿੱਚ ਵਿਰਾਗ ਬ੍ਰਿਸ਼ ਉਤਪੰਨ ਨਹੀਂ ਹੁੰਦਾ। ਜੇ ਸ਼ਾਸਤਰ ਗਿਆਨ ਦੀ ਵਰਖਾ ਹੋਵੇ, ਭਾਵ ਉਸ ਨੂੰ ਸ਼ਾਸਤਰ ਦਾ ਗਿਆਨ ਮਿਲ ਜਾਵੇ, ਤਦ ਉਸ ਦੇ ਹਿਰਦੇ ਵਿੱਚ ਵਿਰਾਗ ਬ੍ਰਿਸ਼ ਉਤਪੰਨ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਆਪਣੇ ਗ੍ਰੰਥ ਸ਼੍ਰੀ ਯੋਗ ਸ਼ਿਸ਼ਟ ਮਹਾਰਾਮਾਇਣ ਦੀ ਵਿਆਖਿਆ ਕਰਦੇ ਹੋਏ ਇੱਥੇ ਲਿਖਦੇ ਹਨ ਕਿ ਮੇਰੇ ਗ੍ਰੰਥ ਦੇ ਪਹਿਲੇ ਪ੍ਰਕਰਨ ਵਿੱਚ ਵਿਰਾਗ ਪ੍ਰਕਰਨ ਹੈ। ਇਸ ਦੇ 1500 ਸ਼ਲੋਕ ਹਨ। ਇਸ ਤੋਂ ਪਿੱਛੋਂ ਮੋਕਸ਼ੂ ਵਿਵਹਾਰ ਪ੍ਰਕਰਨ ਹੈ। ਇਸ ਦੇ ਪਰਮ ਨਿਰਮਲ ਬਚਨ ਹਨ। ਜਿਵੇਂ
ਮਲੀਨ ਮਣੀ ਮਾਰਜਨ ਕਰਨ ਨਾਲ ਉਜਲ ਹੋ ਜਾਂਦੀ ਹੈ, ਤਿਵੇਂ ਇਹਨਾਂ ਬਚਨਾਂ ਨਾਲ ਮੋਕਸ਼ ਦੀ ਇੱਛਾ ਕਰਨ ਵਾਲੇ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਅਤੇ ਵਿਚਾਰ ਦੇ ਬਲ ਕਰਕੇ ਆਤਮ ਪਦ ਪਾਉਣ ਦੀ ਸਮਰੱਥਾ ਉਸ ਦੇ ਵਿੱਚ ਆ ਜਾਂਦੀ ਹੈ। ਇਸ ਤੋਂ ਪਿੱਛੋਂ ਮਮੋਕਸ਼ੂ ਵਿਵਹਾਰ ਪ੍ਰਕਰਣ ਦੇ 1000 ਸ਼ਲੋਕ ਹਨ। ਇਸ ਤੋਂ ਪਿੱਛੋਂ ਉਤਪਤੀ ਪ੍ਰਕਰਣ ਹੈ, ਜਿਸ ਦੇ 5000 ਸ਼ਲੋਕ ਹਨ। ਇਸ ਵਿੱਚ ਦ੍ਰਿਸ਼ਟਾਂਤ ਸਹਿਤ ਸੁੰਦਰ ਕਥਾਵਾਂ ਕਹੀਆਂ ਗਈਆਂ ਹਨ, ਜਿਸ ਦੇ ਵਿਚਾਰ ਨਾਲ ਜਗਤ ਦੀ ਉਤਪਤੀ ਦਾ ਭਾਵ ਮਨ ਤੋਂ ਚਲਾਇਮਾਨ ਰਹਿੰਦਾ ਹੈ, ਅਰਥਾਤ ਇਸ ਜਗਤ ਦਾ ਅਤਿਅੰਤ ਅਭਾਵ ਸਾਨੂੰ ਜਾਣ ਪੈਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਭਗਵਾਨ ਵਾਲਮੀਕ ਜੀ ਕਥਾ ਨੂੰ ਅੱਗੇ ਤੋਰਦੇ ਹੋਏ ਸਾਨੂੰ ਉਪਦੇਸ਼ ਕਰਦੇ ਹਨ ਕਿ ਇਸ ਜਗਤ ਵਿੱਚ ਮਨੁੱਖ, ਦੇਵਤਾ, ਪਰਬਤ, ਦੈਂਤ, ਨਦੀ, ਸਵਰਗਲੋਕ, ਧਰਤੀ, ਪਾਣੀ, ਅੱਗ, ਹਵਾ ਅਤੇ ਆਕਾਸ਼ ਆਦਿ ਸਥਾਵਰ ਜੰਗਮ ਅਗਿਆਨਤਾ ਕਰਕੇ ਪ੍ਰਤੀਤ ਹੁੰਦਾ ਹੈ। ਜਿਸ ਦੀ ਉਤਪਤੀ ਕਿਵੇਂ ਹੋਈ, ਇਸ ਪ੍ਰਸ਼ਨ ਦਾ ਉੱਤਰ ਖੁਦ ਭਗਵਾਨ ਵਾਲਮੀਕ ਜੀ ਸਾਨੂੰ ਆਪ ਹੀ ਸਮਝਾਉਣ ਲਈ ਇਸ ਲਿਖਦੇ ਹਨ ਕਿ ਜਿਵੇਂ ਰੱਸੀ ਤੋਂ ਸੱਪ, ਸਿੱਪੀ ਵਿੱਚ ਚਾਂਦੀ, ਸੂਰਜ ਦੀ ਕਿਰਨ ਵਿੱਚ ਜਲ, ਆਕਾਸ਼ ਵਿੱਚ ਬ੍ਰਿਸ਼, ਦੂਸਰਾ ਚੰਦਰਮਾ, ਆਕਾਸ਼ ਵਿੱਚ ਨੀਲਤਾ, ਬੇੜੀ ਵਿੱਚ ਬੈਠਿਆਂ ਕਿਨਾਰੇ ਦੇ ਬ੍ਰਿਸ਼ ਚੱਲਦੇ ਦਿਖਾਈ ਦਿੰਦੇ ਹਨ ਅਤੇ ਜਿਵੇਂ ਬੱਦਲ ਦੇ ਚੱਲਣ ਨਾਲ ਚੰਦਰਮਾ ਦੌੜਦਾ ਦਿਖਾਈ ਦਿੰਦਾ ਹੈ, ਤਿਵੇਂ ਹੀ ਸਾਰਾ ਜਗਤ ਅਗਿਆਨ ਕਰਕੇ ਅਰਥਾਕਾਰ ਲੱਗਦਾ ਹੈ ਤੇ ਗਿਆਨ ਕਰਕੇ ਇਸ ਦੀ ਉਤਪਤੀ ਦਿਸਦੀ ਹੈ ਤੇ ਗਿਆਨ ਨਾਲ ਇਹ ਸਭ ਕੁਝ ਲੀਨ ਹੋ ਜਾਂਦਾ ਹੈ। ਜਿਵੇਂ ਨੀਂਦਰ ਵਿੱਚ ਸੁਪਨੇ ਦੀ ਦ੍ਰਿਸ਼ਟੀ ਦੀ ਉਤਪਤੀ ਦਿਸਦੀ ਹੈ ਤੇ ਜਾਗਣ ਨਾਲ ਨਿਵ੍ਰਿਤ ਹੋ ਜਾਂਦੀ ਹੈ, ਤਿਵੇਂ ਵਿਦਿਆ ਤੋਂ ਜਗਤ ਦੀ ਉਤਪਤੀ ਹੁੰਦੀ ਹੈ ਤੇ ਪੂਰਨ ਗਿਆਨ ਨਾਲ ਇਸ ਦੀ ਨਿਵ੍ਰਿਤੀ ਹੋ ਜਾਂਦੀ ਹੈ। ਸੋ ਅਵਿਦਿਆ ਕੁਛ ਵਸਤੂ ਨਹੀਂ ਹੈ, ਸਰਬ ਬ੍ਰਹਮ ਪਾਰ ਬ੍ਰਹਮ ਸਰੂਪ ਪਵਿੱਤਰ ਬੇਅੰਤ ਤੇ ਪਰਮਾਨੰਦ ਸਰੂਪ ਹੈ। ਇਸ ਨਾਲ ਨਾ ਜਗਤ ਉਪਜਦਾ ਹੈ ਤੇ ਨਾ ਲੀਨ ਹੁੰਦਾ ਹੈ, ਜਿਉਂ ਦੀ ਤਿਉਂ ਆਤਮ ਸਤਾ ਆਪਣੇ ਵਿੱਚ ਟਿਕੀ ਹੋਈ ਹੈ। ਇਸ ਵਿੱਚ ਜਗਤ ਐਸਾ ਹੈ ਜਿਵੇਂ ਕੰਧ ਉੱਪਰ ਚਿੱਤਰ ਹੁੰਦਾ ਹੈ ਜਾਂ ਜਿਵੇਂ ਥੰਮ ਵਿੱਚ ਪੁਤਲੀਆਂ ਹੁੰਦੀਆਂ ਹਨ, ਜੋ ਬਿਨਾਂ ਹੋਣ 'ਤੇ ਵੀ ਸਾਨੂੰ ਭਾਸਦੀਆਂ ਹਨ। ਤਿਵੇਂ ਹੀ ਇਹ ਸ੍ਰਿਸ਼ਟੀ ਮਨ ਵਿੱਚ ਹੈ। ਅਸਲ ਵਿੱਚ ਇਹ ਕੁਛ ਬਣੀ ਨਹੀਂ ਹੈ, ਸਭ ਆਕਾਸ਼ ਰੂਪ ਹਨ। ਜਦੋਂ ਚਿੱਤ ਸੰਵੇਦਨ ਸੰਪੰਨ ਰੂਪ ਹੁੰਦਾ ਹੈ ਤਦ ਨਾਨਾ ਪ੍ਰਕਾਰ ਦਾ ਜਗਤ ਹੋ ਕੇ ਭਾਸਦਾ ਹੈ ਤੇ ਜਦੋਂ ਨਿਸਪੰਦ ਹੁੰਦਾ ਹੈ ਤਦੋਂ ਮਿਟ ਜਾਂਦਾ ਹੈ। ਇਸੇ ਤਰ੍ਹਾਂ ਜਗਤ ਦੀ ਉਤਪਤੀ ਵੀ ਕਹੀ ਗਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਉਤਪਤੀ ਪ੍ਰਕਰਣ ਤੋਂ ਬਾਅਦ ਸਥਿਤੀ ਪ੍ਰਕਰਣ ਹੈ। ਇਸ ਵਿੱਚ ਜਗਤ ਦੀ ਸਥਿਤੀ ਕਹੀ ਗਈ ਹੈ। ਜਿਵੇਂ ਇੰਦਰ ਧਨੁਸ਼ ਵਿੱਚ ਅਵਿਚਾਰ ਕਰਕੇ ਸਾਨੂੰ ਰੰਗ ਦਿਖਾਈ ਦਿੰਦੇ ਹਨ, ਤਿਵੇਂ ਹੀ ਅਗਿਆਨ ਕਰਕੇ ਇਹ ਜਗਤ ਪ੍ਰਤੀਤ ਹੁੰਦਾ ਹੈ। ਸੋ ਮਨ ਦੀ ਕਲਪਨਾ ਕਰਕੇ ਜਗਤ ਇਹ ਮਨ ਜੋ ਹੈ ਜਗਤ ਨੂੰ ਰਚ ਲੈਂਦਾ ਹੈ। ਉਤਪੰਨ ਕੁਝ ਨਹੀਂ ਹੋਇਆ, ਤਿਵੇਂ ਹੀ ਇਹ ਜਗਤ ਸੰਕਲਪ ਮਾਤਰ ਹੈ। ਜਦੋਂ ਤੱਕ ਮਨ ਦੀ ਕਲਪਨਾ ਹੈ ਤਦ ਤੱਕ ਉਹ ਨਗਰ ਹੁੰਦਾ ਹੈ। ਜਦੋਂ ਮਨ ਦੀ ਕਲਪਨਾ ਦਾ ਅਭਾਵ ਹੋ ਜਾਂਦਾ ਹੈ ਤਦੋਂ ਨਗਰ ਦਾ ਵੀ ਅਭਾਵ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਮਨ ਅਗਿਆਨੀ ਹੁੰਦਾ ਹੈ ਤਦੋਂ ਤੱਕ ਜਗਤ ਦੀ ਉਤਪਤੀ ਹੁੰਦੀ ਹੈ। ਜਦੋਂ ਸੰਕਲਪ ਦਾ ਨਾਸ਼ ਹੋ ਜਾਂਦਾ ਹੈ ਤਦ ਜਗਤ ਦਾ ਵੀ ਅਭਾਵ ਹੋ ਜਾਂਦਾ ਹੈ। ਜਿਵੇਂ ਬ੍ਰਹਮਾ ਜੀ ਦੇ 10 ਪੁੱਤਰਾਂ ਦੀ ਸ੍ਰਿਸ਼ਟੀ ਕਲਪਨਾ ਨਾਲ ਹੋਈ ਹੈ, ਤਿਵੇਂ ਹੀ ਇਹ ਜਗਤ ਹੈ ਤੇ ਪਰ ਇਹ ਅਸਲ ਵਿੱਚ ਕੋਈ ਪਦਾਰਥ ਨਹੀਂ ਹੈ। ਹਾਂਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਆਪਣੇ ਗ੍ਰੰਥ ਵਿੱਚ ਵੈਰਾਗ ਪ੍ਰਕਰਨ ਤੋਂ ਬਾਅਦ ਮੋਕਸ਼ ਪ੍ਰਕਰਨ ਦਾ ਗੱਲ ਕਰਦੇ ਹਨ, ਇਸ ਵਿੱਚ ਦੱਸਿਆ ਗਿਆ ਹੈ ਕਿ ਮੋਕਸ਼ ਦੀ ਇੱਛਾ ਕਰਨ ਵਾਲੇ ਦਾ ਮਨ ਕਿਵੇਂ ਨਿਰਮਲ ਹੋ ਜਾਂਦਾ ਹੈ
ਇਸ ਤੋਂ ਪਿੱਛੋਂ ਉਤਪਤੀ ਪ੍ਰਕਰਨ ਹੈ, ਜਿਸ ਦੇ ਵਿਚਾਰ ਨਾਲ ਜਗਤ ਦੀ ਉਤਪਤੀ ਦਾ ਭਾਵ ਮਨ ਤੋਂ ਚਲਾਇਮਾਨ ਰਹਿੰਦਾ ਹੈ। ਅਰਥਾਤ ਇਸ ਨਾਲ ਜਗਤ ਦਾ ਅਤਿਅੰਤ ਅਭਾਵ ਜਾਣ ਪੈਂਦਾ ਹੈ। ਭਗਵਾਨ ਵਾਲਮੀਕ ਜੀ ਨੇ ਇਸ ਤੋਂ ਅੱਗੇ ਸਥਿਤੀ ਪ੍ਰਕਰਨ ਦੀ ਗੱਲ ਕੀਤੀ ਹੈ। ਸਥਿਤੀ ਪ੍ਰਕਰਨ ਦੇ 3000 ਸ਼ਲੋਕ ਹਨ। ਇਸ ਪ੍ਰਕਰਨ ਦੇ ਗਿਆਨ ਨਾਲ ਜਗਤ ਦੀ ਸੱਚਾਈ ਜਾਣੀ ਜਾਂਦੀ ਹੈ। ਇਸ ਪਿੱਛੋਂ ਉਪਸ਼ਮ ਪ੍ਰਕਰਨ ਹੈ, ਜਿਸ ਦੇ 5000 ਸ਼ਲੋਕ ਹਨ। ਜਿਵੇਂ ਸੁਪਨੇ ਤੋਂ ਜਾਗਣ ਨਾਲ ਵਾਸ਼ਨਾ ਜਾਂਦੀ ਰਹਿੰਦੀ ਹੈ, ਤਿਵੇਂ ਹੀ ਇਸ ਪ੍ਰਕਰਨ ਦੇ ਵਿਚਾਰਨ ਨਾਲ ਹਉਮੈ ਆਦਿਕ ਵਾਸ਼ਨਾ ਨਾਸ਼ ਹੋ ਜਾਂਦੀ ਹੈ, ਕਿਉਂਕਿ ਇਸ ਦੇ ਨਿਸ਼ਚੇ ਵਿੱਚ ਜਗਤ ਨਹੀਂ ਰਹਿੰਦਾ। ਜਿਵੇਂ ਕੋਈ ਪੁਰਸ਼ ਸੁੱਤਾ ਹੋਵੇ, ਉਸ ਨੂੰ ਸੁਪਨੇ ਵਿੱਚ ਜਗਤ ਭਾਸਦਾ ਹੈ ਤੇ ਉਸ ਦੇ ਨੇੜੇ ਜਾਗਦਾ ਪੁਰਸ਼ ਹੈ, ਉਸ ਦੇ ਸੁਪਨੇ ਦਾ ਜਗਤ ਆਕਾਸ਼ ਰੂਪ ਹੈ। ਜਦੋਂ ਆਕਾਸ਼ ਰੂਪ ਹੋਇਆ ਤਦੋਂ ਵਾਸ਼ਨਾ ਕਿਵੇਂ ਰਹੇ? ਜਦੋਂ ਵਾਸ਼ਨਾ ਦਾ ਨਾਸ ਹੋ ਜਾਂਦਾ ਹੈ ਤਾਂ ਮਨ ਉਪਸ਼ਮ ਹੋ ਜਾਂਦਾ ਹੈ। ਤਦੋਂ ਦੇਖਣ ਮਾਤਰ ਵਿੱਚ ਵੀ ਉਸ ਦੇ ਮਨ ਦੀ ਸਭ ਚੇਸ਼ਟਾ ਹੁੰਦੀ ਹੈ। ਉਸ ਦੇ ਮਨ ਵਿੱਚ ਪਦਾਰਥਾਂ ਦੀ ਇੱਛਾ ਨਹੀਂ ਹੁੰਦੀ। ਜਿਵੇਂ ਅੱਗ ਦੀ ਮੂਰਤੀ ਵੇਖਣ ਮਾਤਰ ਹੁੰਦੀ ਹੈ, ਅਸਲੀਅਤ ਵਿੱਚ ਨਹੀਂ ਹੁੰਦੀ, ਤਿਵੇਂ ਉਸ ਦੀ ਚੇਸ਼ਟਾ ਹੁੰਦੀ ਹੈ। ਜਿਵੇਂ ਤੇਲ ਤੋਂ ਰਹਿਤ ਦੀਵਾ ਨਿਰਵਾਣ ਹੁੰਦਾ ਹੈ, ਤਿਵੇਂ ਇੱਛਾ ਤੋਂ ਰਹਿਤ ਮਨ ਨਿਰਵਾਣ ਹੁੰਦਾ ਹੈ। ਉਸ ਪਿੱਛੋਂ ਨਿਰਵਾਣ ਪ੍ਰਕਰਨ ਹੈ। ਇਸ ਪ੍ਰਕਰਨ ਵਿੱਚ ਪਰਮ ਨਿਰਵਾਣ ਬਚਨ ਕਹੇ ਹਨ। ਅਗਿਆਨ ਕਰਕੇ ਜੋ ਚਿੱਤ ਦਾ ਸੰਬੰਧ ਹੈ, ਸੋ ਵਿਚਾਰ ਕਰਨ ਨਾਲ ਨਿਰਵਾਣ ਹੋ ਜਾਂਦਾ ਹੈ। ਜਿਵੇਂ ਸਰਦ ਕਾਲ ਵਿੱਚ ਬੱਦਲ ਨਾ ਹੋਣ ਕਾਰਨ ਆਕਾਸ਼ ਸਾਫ਼ ਹੁੰਦਾ ਹੈ, ਤਿਵੇਂ ਪੁਰਸ਼ ਵਿਚਾਰ ਕਰਕੇ ਨਿਰਮਲ ਹੋ ਜਾਂਦਾ ਹੈ। ਹੰਕਾਰ ਰੂਪੀ ਪਿਸਾਚ ਵਿਚਾਰ ਨਾਲ ਨਾਸ ਹੁੰਦਾ ਹੈ। ਜਿੰਨੀ ਕੋ ਇੱਛਾ ਫੁਰਦੀ ਹੈ, ਉਹ ਨਿਰਵਾਣ ਹੋ ਜਾਂਦੀ ਹੈ। ਜਿਵੇਂ ਪੱਥਰ ਦੀ ਸਿਲਾ ਫੁਰਨੇ ਤੋਂ ਰਹਿਤ ਹੁੰਦੀ ਹੈ, ਤਿਵੇਂ ਗਿਆਨਵਾਨ ਇੱਛਾ ਤੋਂ ਰਹਿਤ ਹੁੰਦਾ ਹੈ। ਤਦ ਜਿਤਨੀ ਕੁ ਜਗਤ ਦੀ ਯਾਤਰਾ ਹੈ, ਉਹ ਇਸ ਦੀ ਹੋ ਚੁੱਕਦੀ ਹੈ। ਜੋ ਕੁਝ ਕਰਨਾ ਹੁੰਦਾ ਹੈ, ਉਹ ਕਰ ਚੁੱਕਦਾ ਹੈ। ਸਰੀਰ ਦੇ ਹੁੰਦਿਆਂ ਹੀ ਉਹ ਪੁਰਸ਼ ਸਰੀਰ ਰਹਿਤ ਹੋ ਜਾਂਦਾ ਹੈ ਤੇ ਅਨੇਕ ਪ੍ਰਕਾਰ ਦਾ ਜਗਤ ਉਸ ਨੂੰ ਨਹੀਂ ਭਾਸਦਾ। ਜਿਵੇਂ ਸੂਰਜ ਨੂੰ ਹਨੇਰਾ ਦਿਖਾਈ ਨਹੀਂ ਦਿੰਦਾ, ਤਿਵੇਂ ਉਸ ਨੂੰ ਜਗਤ ਨਜ਼ਰ ਨਹੀਂ ਆਉਂਦਾ। ਉਹ ਉੱਚ ਪਦਵੀ ਨੂੰ ਪ੍ਰਾਪਤ ਕਰ ਜਾਂਦਾ ਹੈ। ਜਿਵੇਂ ਸਮੇਰ ਪਰਬਤ ਦੇ ਕਿਸੇ ਕੋਨੇ ਵਿੱਚ ਕਮਲ ਫੁੱਲ ਹੁੰਦਾ ਹੈ ਤੇ ਉਸ ਉੱਪਰ ਭੌਰੇ ਆ ਬੈਠਦੇ ਹਨ, ਤਿਵੇਂ ਬ੍ਰਹਮ ਦੇ ਕਿਸੇ ਕੋਨੇ ਵਿੱਚ ਜਗਤ ਸੀਤਲ ਰੂਪ ਹੈ ਤੇ ਜੀਵ ਰੂਪ ਭੌਰੇ ਉੱਪਰ ਮੌਜੂਦ ਹਨ। ਉਹ ਪੁਰਸ਼ ਪਾਰ ਬ੍ਰਹਮ ਰੂਪ ਹੈ। ਰੂਪ ਦਰਸ਼ਨ ਦੇ ਮਨ ਦੀ ਇੱਛਾ ਉਸ ਦਾ ਆਕਾਸ਼ ਰੂਪ ਹੋ ਜਾਂਦਾ ਹੈ। ਉਹ ਪੁਰਸ਼ ਉਸ ਪਦ ਨੂੰ ਪ੍ਰਾਪਤ ਹੁੰਦਾ ਹੈ, ਜਿਸ ਪਦ ਦੀ ਉਪਮਾ ਬ੍ਰਹਮਾ, ਵਿਸ਼ਨੂੰ ਤੇ ਰੁਦਰ ਵੀ ਨਹੀਂ ਕਹਿ ਸਕਦੇ। ਇਹ ਪਰਮ ਉੱਤਮ ਵਾਕ ਹਨ। ਇਹਨਾਂ ਵਾਕਾਂ ਨੂੰ ਵਿਚਾਰਨ ਵਾਲਾ ਉੱਤਮ ਪਦ ਨੂੰ ਪ੍ਰਾਪਤ ਹੁੰਦਾ ਹੈ। ਕਲਿਆਣ ਜੀ, ਇਹਨਾਂ ਪਦਮ ਵਾਕਾਂ ਵਿੱਚੋਂ ਜੋ ਉਪਦੇਸ਼ ਸਾਨੂੰ ਦਿੱਤਾ ਹੈ, ਕੀ ਤੁਸੀਂ ਹੋਰ ਵਿਸਤਾਰ ਸਹਿਤ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਪਰਮ ਵਾਕਾਂ ਨੂੰ ਗ੍ਰਹਿਣ ਕਰਕੇ ਪੁਰਸ਼ ਉੱਤਮ ਪਦ ਦੀ ਪ੍ਰਾਪਤੀ ਕਰ ਸਕਦਾ ਹੈ? ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਉੱਤਮ ਖੇਤ ਵਿੱਚ ਚੰਗਾ ਬੀਜ ਬੀਜਣ ਨਾਲ ਉੱਤਮ ਫਲ ਦੀ ਪ੍ਰਾਪਤੀ ਹੁੰਦੀ ਹੈ, ਤਿਵੇਂ ਹੀ ਇਹ ਭਗਵਾਨ ਵਾਲਮੀਕ ਜੀ ਦੇ ਵਾਕਾਂ ਨੂੰ ਵਿਚਾਰ ਕਰਨ ਵਾਲਾ ਉੱਤਮ ਪਦ ਨੂੰ ਪ੍ਰਾਪਤ ਹੁੰਦਾ ਹੈ। ਇਹ ਵਾਕ ਯੁਕਤੀ ਪੂਰਵਕ ਹਨ। ਕਦਾਚਿਤ ਯੁਕਤੀ ਰਹਿਤ ਵਾਕ ਅਰਥ ਵੀ ਹੋਣ ਤਾਂ ਵੀ ਉਹਨਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਯੁਕਤੀ ਪੂਰਵਕ ਵਾਕਾਂ ਨੂੰ ਹੀ ਅੰਗੀਕਾਰ ਕਰਨਾ ਚਾਹੀਦਾ ਹੈ। ਭਗਵਾਨ ਵਾਲਮੀਕ ਜੀ ਕਹਿੰਦੇ ਹਨ ਕਿ ਬ੍ਰਹਮਾ ਜੀ ਦੇ ਵੀ ਵਾਕ ਜੇ ਯੁਕਤੀ ਤੋਂ ਰਹਿਤ ਹੋਣ ਤਾਂ ਉਹਨਾਂ ਨੂੰ ਸੁੱਕੇ ਤ੍ਰਿਣ ਦੇ ਸਮਾਨ ਜਾਣ ਕੇ ਤਿਆਗ ਦੇਣਾ ਚਾਹੀਦਾ ਹੈ। ਜੇ ਬਾਲਕ ਦੇ ਬਚਨ
ਯੁਕਤੀਪੂਰਵਕ ਹੋਣ ਤਾਂ ਉਹਨਾਂ ਨੂੰ ਅੰਗੀਕਾਰ ਕਰ ਲੈਣਾ ਚਾਹੀਦਾ ਹੈ। ਜੇ ਪਿਤਾ ਦੇ ਖੂਹ ਦਾ ਜਲ ਖਾਰਾ ਹੋਵੇ ਤਾਂ ਉਸ ਨੂੰ ਨਹੀਂ ਵਰਤਣਾ ਚਾਹੀਦਾ। ਜੋ ਨੇੜੇ ਮਿੱਠੇ ਜਲ ਦਾ ਖੂਹ ਹੈ ਤਾਂ ਉਸ ਨੂੰ ਹੀ ਵਰਤਣਾ ਚਾਹੀਦਾ ਹੈ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ। ਵੱਡੇ ਤੇ ਛੋਟੇ ਦਾ ਵਿਚਾਰ ਨਾ ਕਰਕੇ ਯੁਕਤੀਪੂਰਵਕ ਵਚਨ ਨੂੰ ਅੰਗੀਕਾਰ ਕਰ ਲੈਣਾ ਚਾਹੀਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਭਗਵਾਨ ਵਿੱਚ ਉਪਦੇਸ਼ ਕਰਦੇ ਹਨ, ਮੇਰੇ ਸਭ ਵਚਨ ਯੁਕਤੀਪੂਰਵਕ ਤੇ ਬੋਧ ਦਾ ਪਰਮ ਕਾਰਨ ਹਨ। ਜਿਹੜਾ ਪੁਰਸ਼ ਇਕਾਗਰਚਿਤ ਹੋ ਕੇ ਇਸ ਸ਼ਾਸਤਰ ਨੂੰ ਆਦਿ ਤੋਂ ਅੰਤ ਤੱਕ ਪੜ੍ਹੇਗਾ ਜਾਂ ਕਿਸੇ ਪੰਡਤ ਤੋਂ ਸੁਣ ਕੇ ਵਿਚਾਰੇਗਾ, ਭਾਵ ਅਮਲ ਕਰੇਗਾ, ਤਦ ਉਸ ਦੀ ਬੁੱਧੀ ਸੰਸਕਾਰਿਤ ਹੋਵੇਗੀ। ਪਹਿਲਾ ਜਦ ਵਿਰਾਗ ਪ੍ਰਕਰਣ ਨੂੰ ਵਿਚਾਰੋਗੇ ਤਦ ਵਿਰਾਗ ਉਤਪਨ ਹੋਵੇਗਾ। ਜਿੰਨੇ ਸੰਸਾਰ ਦੇ ਸੋਹਣੇ ਭੋਗ ਪਦਾਰਥ ਹਨ ਉਹਨਾਂ ਨੂੰ ਬੇਰਸ ਜਾਣ ਕੇ ਕਿਸੇ ਪਦਾਰਥ ਦੀ ਇੱਛਾ ਨਹੀਂ ਕਰਨੀ। ਜਦੋਂ ਭੋਗ ਤੋਂ ਵਿਰਾਗ ਹੁੰਦਾ ਹੈ ਤਦ ਸ਼ਾਂਤੀ ਰੂਪ ਆਤਮ ਤੱਤ ਵਿੱਚ ਭਰੋਸਾ ਹੁੰਦਾ ਹੈ। ਜਦੋਂ ਵਿਚਾਰ ਕਰਕੇ ਬੁੱਧੀ ਸੰਸਕਾਰਿਤ ਹੋਵੇਗੀ ਤਦੋਂ ਸ਼ਾਸਤਰ ਦਾ ਸਿਧਾਂਤ ਬੁੱਧੀ ਵਿੱਚ ਸਥਿਤ ਹੋਵੇਗਾ। ਜਿਵੇਂ ਸਰਦੀਆਂ ਦੀ ਰੁੱਤ ਵਿੱਚ ਬੱਦਲ ਦੇ ਨਾ ਹੋਣ ਕਰਕੇ ਆਕਾਸ਼ ਸਭ ਪਾਸਿਓਂ ਨਿਰਮਲ ਹੁੰਦਾ ਹੈ, ਤਿਵੇਂ ਸੰਸਾਰ ਦੇ ਵਿਕਾਰਾਂ ਨੂੰ ਤਿਆਗ ਕੇ ਬੁੱਧੀ ਨਿਰਮਲ ਹੋਵੇਗੀ ਤੇ ਫਿਰ ਮਾਨਸਿਕ ਚਿੰਤਾ ਤੇ ਰੋਗ ਦੀ ਪੀੜਾ ਉਸ ਨੂੰ ਨਹੀਂ ਹੋਵੇਗੀ। ਜਿਉਂ-ਜਿਉਂ ਵਿਚਾਰ ਦ੍ਰਿੜ ਹੋਵੇਗਾ ਤਿਉਂ-ਤਿਉਂ ਸ਼ਾਂਤ ਆਤਮਾ ਹੋਵੇਗਾ। ਇਸ ਲਈ ਸੰਸਾਰ ਦੇ ਜਿੰਨੇ ਯਤਨ ਹਨ ਉਹਨਾਂ ਨੂੰ ਤਿਆਗ ਕੇ ਇਸ ਸ਼ਾਸਤਰ ਨੂੰ ਬਾਰ-ਬਾਰ ਵਿਚਾਰਨ ਨਾਲ ਚੇਤਨ ਸਤਾ ਉਦਮ ਹੋਵੇਗੀ ਤੇ ਮੋਹ ਆਦਿਕ ਵਿਕਾਰਾਂ ਦੀ ਸਤਾ ਨਸ਼ਟ ਹੋਵੇਗੀ। ਜਿਉਂ-ਜਿਉਂ ਸੂਰਜ ਉਦੇ ਹੁੰਦਾ ਹੈ ਤਿਉਂ-ਤਿਉਂ ਹਨੇਰਾ ਨਾਸ ਹੁੰਦਾ ਹੈ, ਤਿਵੇਂ ਜਦੋਂ ਵਿਕਾਰ ਨਾਸ ਹੋਣਗੇ ਤਦੋਂ ਆਤਮ ਪਦ ਦੀ ਪ੍ਰਾਪਤੀ ਹੋਵੇਗੀ, ਜਿਸ ਦੇ ਪ੍ਰਾਪਤ ਹੋਣ ਨਾਲ ਸੰਸਾਰ ਦੇ ਦੁੱਖ ਨਾਸ ਹੋ ਜਾਣਗੇ। ਜਿਵੇਂ ਸਰਦ ਰੁੱਤ ਵਿੱਚ ਬੱਦਲ ਨਾਸ ਹੋ ਜਾਂਦਾ ਹੈ ਤਿਵੇਂ ਸੰਸਾਰ ਦੇ ਦੁੱਖ ਨਾਸ ਹੋ ਜਾਣਗੇ। ਭਗਵਾਨ ਵਾਲਮੀਕ ਜੀ ਉਪਦੇਸ਼ ਕਰਦੇ ਹਨ, ਜਿਸ ਪੁਰਸ਼ ਨੇ ਕਵਚ ਪਹਿਨਿਆ ਹੈ ਉਸ ਨੂੰ ਤੀਰ ਵਿੰਨ ਨਹੀਂ ਸਕਦੇ, ਤਿਵੇਂ ਹੀ ਗਿਆਨਵੰਤ ਪੁਰਸ਼ ਨੂੰ ਸੰਸਾਰ ਦੇ ਮੋਹ ਈਰਖਾ ਵਿੰਨ ਨਹੀਂ ਸਕਦੇ। ਉਸ ਨੂੰ ਭੋਗਾਂ ਦੀ ਇੱਛਾ ਵੀ ਨਹੀਂ ਰਹਿੰਦੀ। ਜਦੋਂ ਵਿਸ਼ੇ ਭੋਗ ਆਉਂਦੇ ਨੇ ਤਦ ਉਹਨਾਂ ਨੂੰ ਵਿਸ਼ੇ ਜਾਣ ਕੇ ਬੁੱਧੀ ਗ੍ਰਹਿਣ ਨਹੀਂ ਕਰਦੀ। ਜਿਵੇਂ ਪਤੀਵਰਤਾ ਇਸਤਰੀ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਦੀ, ਤਿਵੇਂ ਉਸ ਦੀ ਬੁੱਧੀ ਅੰਦਰੋਂ ਬਾਹਰ ਨਹੀਂ ਨਿਕਲਦੀ। ਬਾਹਰੀ ਤਾਂ ਮੋਹ ਵੀ ਸੁਭਾਵਕ ਮਨੁੱਖਾਂ ਦੇ ਸਮਾਨ ਨਜ਼ਰ ਆਉਂਦਾ ਹੈ। ਜੋ ਕੁਝ ਬਿਨਾਂ ਇੱਛਾ ਪ੍ਰਾਪਤ ਹੁੰਦਾ ਹੈ ਉਸ ਨੂੰ ਭੋਗਿਆ ਹੋਇਆ ਦਿਖਾਈ ਦਿੰਦਾ ਹੈ ਤੇ ਅੰਦਰੋਂ ਉਸ ਨੂੰ ਮੋਹ ਈਰਖਾ ਨਹੀਂ ਹੁੰਦੀ। ਜੋ ਕੁਝ ਜਗਤ ਦੀ ਉਤਪਤੀ ਤੇ ਪਰਲੋ ਦਾ ਦੁੱਖ ਹੈ ਉਹ ਗਿਆਨਵਾਨ ਨੂੰ ਨਸ਼ਟ ਨਹੀਂ ਕਰ ਸਕਦਾ। ਜਿਵੇਂ ਚਿੱਤਰ ਦੀ ਵੇਲ ਨੂੰ ਹਨੇਰੀ ਹਿਲਾ ਨਹੀਂ ਸਕਦੀ, ਤਿਵੇਂ ਉਸ ਨੂੰ ਜਗਤ ਦਾ ਦੁੱਖ ਚਲਾਇਮਾਨ ਨਹੀਂ ਕਰ ਸਕਦਾ। ਉਸ ਸੰਸਾਰ ਵੱਲੋਂ ਜੜ ਦੀ ਜੜ ਹੋ ਜਾਂਦਾ ਹੈ ਤੇ ਬਿਰਸ਼ ਦੇ ਸਮਾਨ ਗੰਭੀਰ, ਪਰਬਤ ਦੀ ਨਿਆਈ ਸਥਿਰ ਤੇ ਚੰਦਰਮਾ ਵਾਂਗੂ ਸ਼ੀਤਲ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਆਪ ਦੇ ਨਾਲ ਜੋ ਭਗਵਾਨ ਵਾਲਮੀਕ ਜੀ ਦੇ ਬਾਣੀ ਦੇ ਵਿੱਚੋਂ ਵਿਚਾਰ ਸਾਂਝੇ ਕੀਤੇ, ਹੁਣ ਅਸੀਂ ਆਪ ਕੋਲੋਂ ਵਿਦਾ ਲੈਂਦੇ ਹਾਂ। ਅਗਲੀ ਵਾਰੀ ਫਿਰ ਅਸੀਂ ਭਗਵਾਨ ਵਾਲਮੀਕ ਦੇ ਵਿਚਾਰ ਆਪ ਦੇ ਨਾਲ ਸਾਂਝੇ ਕਰਾਂਗੇ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ।